ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡੇ ਸਾਰਿਆਂ ਦਾ ਹੈਡਲਾਈਨ ਕੈਨੇਡਾ ਦੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਟੋਰਾਂਟੋ ਤੋਂ ਮੈਂ ਹਾਂ ਜਸਲੀਨ ਕੌਰ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ 20 ਜਨਵਰੀ ਨੂੰ ਸਹੁੰ ਚੁੱਕਣਗੇ। ਦੱਸ ਦਈਏ ਕਿ ਟਰੰਪ ਸਮਰਥਕਾਂ ਵੱਲੋਂ ਬੀਤੇ ਦਿਨੀ ਅਮਰੀਕਾ ਦੀ ਸੰਸਦ ਉੱਤੇ ਹਮਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕੈਪੀਟਲ ਦੀ ਸੁਰੱਖਿਆ ਨੂੰ ਹੋਰ ਵਧਾ ਦਿੱਤਾ ਗਿਆ ਹੈ। ਕਈ ਸਿਆਸੀ ਆਗੂਆਂ ਵੱਲੋਂ ਵਾਸ਼ਿੰਗਟਨ ਦੇ ਵਿੱਚ ਹਿੰਸਾ ਭੜਕਾਉਣ ਲਈ ਡੋਨਾਲਡ ਟਰੰਪ ਨੂੰ ਜ਼ਿੰਮੇਵਾਰ ਵੀ ਠਹਿਰਾਇਆ ਗਿਆ ਹੈ। ਦੱਸ ਦਈਏ ਕਿ ਡੋਨਾਲਡ ਟਰੰਪ ਅਮਰੀਕਾ ਦੇ ਇਤਿਹਾਸ ਦੇ ਵਿੱਚ ਪਹਿਲੇ US ਪ੍ਰੈਜ਼ੀਡੈਂਟ ਹਨ ਜਿਨ੍ਹਾਂ ਨੂੰ 2 ਵਾਰੀ ਇੰਪੀਚ ਕੀਤਾ ਗਿਆ ਹੋਵੇ। ਇਸ ਪੂਰੀ ਸਥਿਤੀ ਦਾ ਕੈਨੇਡਾ ਉੱਤੇ ਅਤੇ ਕੈਨੇਡੀਅਨ ਪੋਲਿਟਿਕਸ ਉੱਤੇ ਕੀ ਅਸਰ ਪਏਗਾ, ਇਸ ਸੰਬੰਧੀ ਗੱਲਬਾਤ ਲਈ ਸਾਡੇ ਨਾਲ ਲਾਈਨ ਤੇ ਮੌਜੂਦ ਹਨ ਐਡਮਿੰਟਨ ਸ਼ੇਰਵੁੱਡ ਪਾਰਕ ਰਾਈਡਿੰਗ ਤੋਂ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਟਿਮ ਓਪਲ ਅਤੇ ਸਿਆਸੀ ਮੁੱਦਿਆਂ ਦੇ ਮਾਹਿਰ ਐਂਡੀ ਆਨੰਦ। ਸਤਿ ਸ਼੍ਰੀ ਅਕਾਲ ਟਿਮ ਓਪਲ ਜੀ। ਸਤਿ ਸ਼੍ਰੀ ਅਕਾਲ ਐਂਡੀ ਆਨੰਦ ਜੀ। ਬਹੁਤ ਬਹੁਤ ਸਵਾਗਤ ਹੈ ਤੁਹਾਡਾ PTC ਪੰਜਾਬੀ ਤੇ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਫॉर ਹੈਵਿੰਗ ਮੀ। Thank you for having me. Thank you. ਜੀ ਟਿਮ ਓਪਲ ਜੀ, ਅਸੀਂ ਤੁਹਾਡੇ ਤੋਂ ਸ਼ੁਰੂਆਤ ਕਰਾਂਗੇ। ਜਿਸ ਤਰ੍ਹਾਂ ਅਸੀਂ ਰੀਸੈਂਟਲੀ ਦੇਖਿਆ ਕਿ ਟਰੰਪ ਸਪੋਰਟਰਸ ਵੱਲੋਂ ਅਮਰੀਕਾ ਦੀ ਜਿਹੜੀ ਸੰਸਦ ਹੈਗੀ ਹੈ ਉਸ ਉੱਤੇ ਹਮਲਾ ਕੀਤਾ ਗਿਆ ਐਂਡ ਅਜਿਹਾ ਇਨਸੀਡੈਂਟ ਅਮਰੀਕਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਹੈ। ਇਸ ਹਿੰਸਾ ਨੂੰ ਭੜਕਾਉਣ ਲਈ ਟਰੰਪ ਨੂੰ ਜ਼ਿੰਮੇਵਾਰ ਵੀ ਦੱਸਿਆ ਗਿਆ ਹੈ ਕਈ ਲੋਕਾਂ ਵੱਲੋਂ, ਕਈ ਸਿਆਸੀ ਆਗੂਆਂ ਵੱਲੋਂ। ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਕੀ ਰਿਐਕਸ਼ਨ ਸੀਗਾ ਤੁਹਾਡਾ ਇਸ ਪੂਰੀ ਸਿਚੁਏਸ਼ਨ ਉੱਤੇ। ਦੇਖੋ ਜੀ, ਨੋ ਡਾਊਟ ਇਹ ਜਿਹੜਾ ਇਨਸਾਈਟਮੈਂਟ ਸੀ ਜਿਹੜੇ ਆਪਾਂ ਦੇਖਿਆ ਸੀ ਕਿ US ਕੈਪੀਟਲ ਤੇ ਵਾਸ ਵੈਰੀ ਡਿਸਟਰਬਿੰਗ ਡਿਸਗਸਟਿੰਗ ਸਿਚੁਏਸ਼ਨ ਐਕਚੁਅਲੀ। ਵੀ ਜਿਹੜੇ ਲੋਕਾਂ ਨੇ ਈਵਨ ਤੇ ਕੰਧਾਂ ਟੱਪ ਕੇ ਤੇ ਉੱਥੇ ਵਿੰਡੋ ਭੰਨ ਕੇ ਡੋਰ ਤੋੜ ਕੇ ਈਵਨ ਸਿਕਿਉਰਿਟੀ ਗਾਰਡ ਤੇ ਮਾਰਿਆ ਵੀ ਆ। ਵਨ ਅਨਫੋਰਚੂਨਟਲੀ ਪੁਲਿਸ ਆਫਿਸਰ ਦੀ ਡੈਥ ਵੀ ਹੋਈ ਆ। ਦਿਸ ਇਜ਼ ਵੈਰੀ ਵੈਰੀ ਡਿਸਅਪੋਇੰਟਿੰਗ। ਇਹ ਜਿਹੀ ਗੱਲ ਨਹੀਂ ਹੋਣੀ ਚਾਹੀਦੀ, ਸਪੈਸ਼ਲੀ ਇਨ ਅ ਡੈਮੋਕ੍ਰੇਸੀ। ਕਈ ਵਾਰੀ ਹੋਰ ਦੇਸ਼ਾਂ ਦੇ ਵਿੱਚ ਆਪਾਂ ਦੇਖਦੇ ਹਾਂ ਬਟ ਨੈਵਰ ਥਾਟ ਵੀ ਇੱਦਾਂ ਨਾਰਥ ਅਮਰੀਕਾ ਦੇ ਵਿੱਚ ਹੋ ਸਕਦਾ। ਐਂਡ ਇਟ ਇਜ਼ ਕਲੀਅਰਲੀ ਜਿਹੜੇ ਡੋਨਾਲਡ ਟਰੰਪ ਨੇ ਜਿਹੜੇ ਉਹਨਾਂ ਦੇ ਲਫ਼ਜ਼ ਵਰਤੇ ਗਏ ਆ ਲੋਕਾਂ ਨੂੰ ਕਾਫੀ ਚਿਰ ਤੋਂ ਚਲੋ ਵੀ ਇਨਸਾਈਟ ਕਰ ਰਿਹਾ, ਐਕਸਾਈਟ ਕਰ ਰਿਹਾ, ਉਸ ਕਰਕੇ ਸਭ ਕੁਛ ਹੋਇਆ ਵਾ। ਭਲਾਂ ਦੀ ਉਹਨਾਂ ਨੇ ਡਾਇਰੈਕਟਲੀ ਨਹੀਂ ਕਿਹਾ ਵੀ ਇੱਦਾਂ ਕਰੋ, ਪਰ ਬਿਹਾਈਂਡ ਦ ਸੀਨਸ ਪਤਾ ਲੱਗਦਾ ਵੀ ਇਹ ਕਾਫੀ ਚਿਰ ਤੋਂ ਪਲੈਨਿੰਗ ਹੋ ਰਹੀ ਆ ਤੇ ਇਟਸ ਵੈਰੀ ਡਿਸਟਰਬਿੰਗ। ਜੀ ਐਂਡੀ ਆਨੰਦ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗੇ ਤੁਹਾਡਾ ਕੀ ਰਿਐਕਸ਼ਨ ਸੀਗਾ। ਤੁਹਾਨੂੰ ਲੱਗਦਾ ਹੈ ਕਿ ਪੁਲਿਸ ਵੱਲੋਂ ਵਾਈਟ ਐਕਸਟ੍ਰੀਮਿਸਟ ਨੂੰ ਬਹੁਤ ਡਿਫਰੈਂਟਲੀ ਟਰੀਟ ਕੀਤਾ ਗਿਆ ਹੈ? ਜੇਕਰ ਅਜਿਹੀ ਹਿੰਸਾ ਅਗਰ ਬਲੈਕ ਕਮਿਊਨਿਟੀ ਜਾਂ ਫਿਰ ਕਿਸੇ ਹੋਰ ਕਮਿਊਨਿਟੀ ਦੇ ਲੋਕਾਂ ਵੱਲੋਂ ਕੀਤੀ ਗਈ ਹੁੰਦੀ ਤੇ ਪੁਲਿਸ ਦਾ ਜਿਹੜਾ ਰਿਸਪੌਂਸ ਹੈਗਾ ਉਹ ਵੱਖਰਾ ਹੁੰਦਾ? ਦੇਖੋ ਜੀ, ਤੁਹਾਡੇ ਹਮਸਾਏ, ਤੁਹਾਡੇ ਨੇਬਰਹੁੱਡ 'ਚ ਕੋਈ ਵੀ ਹਾਦਸਾ ਹੁੰਦਾ, ਚਾਹੇ ਤੁਹਾਡਾ ਨੇਬਰ ਚੰਗਾ ਜਾਂ ਤੁਹਾਡਾ ਨੇਬਰ ਤੁਹਾਡੇ ਮੇਜਰ ਤੇ ਨਹੀਂ ਉਤਰਦਾ, ਪਰ ਉਹਦਾ ਇਫੈਕਟ ਤੁਹਾਡੇ ਆਵਾਮ ਤੇ ਤੁਹਾਡੇ এনवायरमेंट ਤੇ ਜ਼ਰੂਰ ਹੁੰਦਾ। ਇਹ ਜਿਹੜੀਆਂ ਗੱਲਾਂ 6 ਜਨਵਰੀ ਨੂੰ ਕੈਪੀਟਲ ਹਿੱਲ ਤੇ ਹੋਈਆਂ ਨੇ, ਇਹ ਨਿੰਦਣੀ ਹੈਗੀਆਂ। ਇਹਦਾ ਜਿੰਨਾ ਵੀ ਤੁਸੀਂ ਨਿੰਦਾ ਕਰੋ ਇਹਦੀ, ਇਹ ਬੜਾ ਮੁਸ਼ਕਿਲ ਹੈ, ਕਿਉਂਕਿ ਡੈਮੋਕ੍ਰੇਸੀ 'ਚ ਇੱਕ ਤੁਹਾਨੂੰ ਕਨਸਟੀਟਿਊਸ਼ਨਲ ਰਾਈਟ ਮਿਲਦਾ ਕਿ ਤੁਸੀਂ ਆਪਣੇ ਡਿਫਰੈਂਸਿਸ ਨੂੰ ਪੀਸਫੁਲ ਡੈਮੋਸਟ੍ਰੇਸ਼ਨ ਦੇ ਨਾਲ ਜ਼ਾਹਰ ਕਰ ਸਕਦੇ ਹੋ। ਫਿਰ ਤੁਹਾਡੇ ਕੋਲ ਆਪਣਾ ਪੂਰਾ ਪਲੇਟਫਾਰਮ ਹੁੰਦਾ ਪਾਰਲੀਮੈਂਟ ਦਾ, ਜਿੱਥੇ ਤੁਸੀਂ ਆਪਣੇ ਵਿਊਜ਼ ਨੂੰ ਏਅਰ ਕਰ ਸਕਦੇ ਹੋ। ਕਿਸੇ ਵੀ ਇਲੈਕਸ਼ਨ ਦਾ ਜੀਤਣਾ ਜਾਂ ਇਲੈਕਸ਼ਨ ਦਾ ਹਾਰਨਾ, ਉਹਦੇ 'ਚ 2 ਕਿਸਮ ਦੇ ਲੋਕ ਹੁੰਦੇ ਨੇ। ਇੱਕ ਤੇ ਜਿਹੜੇ ਮੈਂ ਬੇਸਿਕਲੀ ਕਹਾਂਗਾ ਇੱਕ ਗੁੱਡ ਲੂਜ਼ਰਸ ਹੁੰਦੇ ਨੇ ਤੇ ਇੱਕ ਬੈਡ ਵਿਨਰਸ ਹੁੰਦੇ ਨੇ। ਤੇ ਮੇਰਾ ਖਿਆਲ ਟਰੰਪ ਸਾਹਿਬ ਨੇ ਦੋਨੋਂ ਹੀ ਹੱਦਾਂ ਪਾਰ ਕਰਤੀਆਂ। ਹੀ ਇਜ਼ ਬੀਨ ਅ ਬੈਡ ਲੂਜ਼ਰ ਐਂਡ ਅ ਬੈਡ ਵਿਨਰ ਟੂ। ਪਰ ਕਿਉਂਕਿ ਜਦੋਂ ਵਿਨ ਹੋ ਕੇ ਆਏ ਸੀ ਤੇ ਉਮੀਦਾਂ ਪੂਰੇ ਜਗਤ ਨੂੰ ਸੀ। ਇੱਕ ਇਨਸਾਨ ਦੀ ਔਰੇਟਰੀ ਸਕਿੱਲ ਉਹਦੇ ਕੋਲ ਨਾ ਹੋਏ, ਉਹਦੀ ਪਰ ਬਾਡੀ ਲੈਂਗੁਏਜ ਤੁਹਾਨੂੰ ਜ਼ਰੂਰ ਦੱਸਦੀ ਹੈ ਕਿ ਉਹਦਾ ਏਮ, ਉਹਦਾ ਰਵੱਈਆ ਕਿਹੋ ਜਿਹਾ ਹੋਏਗਾ। ਪਰ ਜਿਸ ਹਿਸਾਬ ਨਾਲ ਇੱਕ ਰੀਅਲ ਐਸਟੇਟ ਮਾਫੀਆ ਬਾਸ ਦੀ ਤਰ੍ਹਾਂ ਟਰੰਪ ਸਾਹਿਬ ਆਪਣੇ ਆਪ ਨੂੰ ਪੇਸ਼ ਕਰਦੇ ਨੇ ਤੇ ਉਸ ਤਰ੍ਹਾਂ ਹੀ ਆਪਣੇ ਆਵਾਮ ਨੂੰ ਐਡਰੈਸ ਕਰਦੇ ਨੇ, ਤੇ ਲਾਜ਼ਮੀ ਗੱਲ ਹੈ ਕਿ ਜਿਹੜੇ ਉਹਨਾਂ ਦੇ ਲਾਈਕ ਮਾਈਂਡਡ ਲੋਕ ਹਨ, ਉਹਨਾਂ ਨੂੰ ਇੱਕ ਫੂਡ ਮਿਲਦਾ, ਇੱਕ ਫੋਡਰ ਮਿਲਦਾ ਤੇ ਉਹਨੂੰ ਇਨਕੈਸ਼ ਕਰਦੇ। ਦੂਜੀ ਗੱਲ ਸੀ ਕਿ ਇਹਨਾਂ ਦਿਨਾਂ 'ਚ ਲੋਕਾਂ ਕੋਲ ਕੰਮ ਨਹੀਂ ਜਾਂ ਕੰਮ ਥੋੜ੍ਹਾ, ਤੇ ਲੋਕਾਂ ਨੂੰ ਇਹੋ ਜਿਹੇ ਜਲਸਿਆਂ 'ਚ ਆਉਣ ਦਾ ਇੱਕ ਮੌਕਾ ਵੀ ਮਿਲਿਆ। ਪਰ ਲੈਂਗੁਏਜ ਇਸਤੇਮਾਲ ਕਰਨਾ ਬੜੀ ਐਂਗਰ ਦੀ ਔਰ ਫਰਸਟ੍ਰੇਸ਼ਨ ਵਾਲੀ, ਜਿਹਦੇ ਤੁਸੀਂ ਕਹੋ ਕਿ ਦਿਸ ਇਲੈਕਸ਼ਨ ਇਜ਼ ਸਟੋਲਨ ਫਰਮ ਯੂ ਐਂਡ ਮੀ, ਕਹੋ ਜੀ ਕਿ ਮੈਂ ਆਲ ਵਾਕ ਅਪ ਟੂ ਪਾਰਲੀਮੈਂਟ ਔਰ ਕੈਪੀਟਲ, ਵੀ ਵਿਲ ਨਾਟ ਲੈਟ ਇਟ ਹੈਪਨ, ਜਾਂ ਜਿਹੜੀ ਤੁਹਾਡੀਆਂ
ਹੋਰ ਜਿਹੜੀਆਂ ਹੁੰਦੀਆਂ ਬੀ देयर ਵਿਲ ਬੀ ਵਾਈਲਡ, ਇਹ ਜੀ ਸਟੇਟਮੈਂਟ ਕੋਈ ਬਹੁਤ ਅੱਛੇ ਦਰਜੇ ਦੇ ਪੋਲੀਟੀਸ਼ੀਅਨਸ ਦੀਆਂ ਨਹੀਂ ਹੈਗੀਆਂ। ਔਰ ਮੈਂ ਸਮਝਣਾ ਕਿ ਇਹਦਾ ਇਫੈਕਟ ਸ਼ਾਇਦ ਮੈਚੋਰ ਹੈ ਅੱਜ ਕੱਲ ਪੂਰੀ ਦੁਨੀਆ ਇਨਫੋਰਮੇਸ਼ਨ ਜਿਹੜਾ ਸੋਰਸ ਹੈਗੇ ਉਹਨਾਂ ਨੂੰ ਵੀ ਬੜੀ ਅੱਛੀ ਤਰ੍ਹਾਂ ਤੁਸੀਂ ਇਵੈਲੂਏਟ ਕਰ ਸਕਦੇ ਹੋ। ਬਹੁਤਾ ਫਰਕ ਨਹੀਂ ਪਏਗਾ, ਪਰ ਹਾਂ ਮੈਂ ਇਹ ਕਹਾਂਗਾ ਕਿ ਇਹ ਅਮਰੀਕਾ, ਉਹ ਯੂਨਾਈਟਿਡ ਸਟੇਟ ਆਫ ਅਮਰੀਕਾ ਜਿਹਨੂੰ ਅਸੀਂ ਹਮੇਸ਼ਾ ਆਪਣੇ ਉਹ ਕਹੀਦਾ ਕਿ ਇੱਕ ਟ੍ਰੈਂਡ ਸੈਟਰ, ਇੱਕ ਰੋਲ ਮਾਡਲ ਹੈ, ਉਹ ਨਿੰਦਨੀ ਹੈ। ਉਹਦੇ 'ਚ ਮੈਂ ਐਗਰੀ ਨਹੀਂ ਕਰਦਾ। ਇਹਦੇ ਰਿਪਰਕਸ਼ਨਸ ਹੋਣਗੇ, ਇਹਦੀ ਬਦਨਾਮੀ ਹੋਏਗੀ। ਅਮਰੀਕਾ, ਯੂਨਾਈਟਿਡ ਸਟੇਟ ਆਫ ਅਮਰੀਕਾ ਨੂੰ ਰਿਪੇਅਰ ਵਰਕ ਬਹੁਤ ਕਰਨਾ ਪਏਗਾ। ਮੈਂ ਸਮਝਦਾ ਕਿ ਟਿਮ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ। आई थिंक डोनाल्ड ट्रंप पहले US ਪ੍ਰੈਜ਼ੀਡੈਂਟ ਹੈਗੇ ਨੇ ਜਿਨ੍ਹਾਂ ਨੂੰ 2 ਵਾਰੀ ਇੰਪੀਚ ਕੀਤਾ ਗਿਆ ਹੋਵੇ। ਔਰ ਅਸੀਂ ਇਹ ਵੀ ਦੇਖਿਆ ਕਿ ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਈਵਨ ਕੈਨੇਡੀਅਨਸ ਵੱਲੋਂ ਵੀ ਕਾਫੀ ਜ਼ਿਆਦਾ ਹੇਟ ਸਪੀਚ ਦੀ ਵਰਤੋਂ ਕੀਤੀ ਗਈ, ਜਿਹੜੀ ਇਨਟੋਲਰੈਂਟ ਲੈਂਗੁਏਜ ਹੈ ਉਸ ਦਾ ਇਸਤੇਮਾਲ ਕੀਤਾ ਗਿਆ। ਟਿਮ ਉਪਲ ਜੀ, ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ ਕੀ ਲੱਗਦਾ ਹੈ ਤੁਹਾਨੂੰ ਕਿ ਟਰੰਪ ਦਾ ਕਿੰਨਾ ਇਫੈਕਟ ਕੈਨੇਡਾ ਉੱਤੇ, ਕੈਨੇਡੀਅਨ ਪੋਲਿਟਿਕਸ ਉੱਤੇ ਵੇਖਣ ਨੂੰ ਮਿਲੇਗਾ? ਦੇਖੋ ਜੀ, ਆਪਾਂ ਜੇ ਕਹੀਏ ਵੀ ਰੇਸਿਸਟ ਕਮੈਂਟਸ ਤਾਂ ਟਰੰਪ ਤੋਂ ਪਹਿਲਾਂ ਵੀ ਆਉਂਦੇ ਹੀ ਸੀਗੇ, ਦੇयर इज नो डाउट। ਆਪਣੇ ਰੇਸਿਜ਼ਮ ਤਾਂ ਅੱਗੇ ਵੀ ਸੀਗੀ ਤੇ ਅਨਫੋਰਚੂਨਟਲੀ ਹੁਣ ਵੀ ਆ। ਪਤਾ ਨਹੀਂ ਟਰੰਪ ਵੀ ਹੁਣ ਚਲਿਆ ਗਿਆ। ਦ ਰੇਸਿਜ਼ਮ ਇਜ਼ ਅ ਪ੍ਰੋਬਲਮ ਤੇ ਉਸ ਚੀਜ਼ ਨੂੰ ਮੈਨੇਜ ਕਰਨ ਦੀ ਲੋੜ ਆ। ਵੀ ਆਲਵੇਜ਼ ਹੈਵ ਟੂ ਵਰਕ ਔਨ ਦੈਟ। ਟਰੰਪ ਦੇ ਨਾਲ ਇਹ ਆ ਵੀ ਉਹ ਜਿਹੜੀ ਪੋਲਿਟਿਕਸ, ਟਰੰਪ ਆਪ ਵੀ ਬੜੇ ਕਹ ਲਓ ਵੀ ਗਲਤ ਲਫ਼ਜ਼ ਨਾਲ ਵਰਤਦਾ ਰਿਹਾ ਵਾ। ਹੀ ਵਾਸ ਅ ਵੈਰੀ ਸਟ੍ਰੇਟ ਫਾਰਵਰਡ ਪਰਸਨ। ਉਹਦੀ ਜਿਹੜੀ ਮੀਡੀਆ ਕਵਰੇਜ ਕਾਫੀ ਜ਼ਿਆਦਾ ਰਹੀ ਆ। ਪਰ ਜਦੋਂ ਉਹਦਾ ਟਰੰਪ ਆਇਆ, ਐਕਚੁਅਲੀ ਉਹਦੇ ਨਾਲ ਸੋਸ਼ਲ ਮੀਡੀਆ ਵੀ ਚੇਂਜ ਹੋਇਆ ਵਾ, and that was another big part of it. So Trump ਦੇ ਵੀ ਕੁਝ had a play in this, but also social media ਦੇ ਨਾਲ ਵੀ ਜਿੱਥੇ ਇਨਫੋਰਮੇਸ਼ਨ ਬਹੁਤ ਛੇਤੀ ਵੱਧਦੀ ਸੀ, ਜਿਹੜੇ ਟਰੰਪ ਦੇ ਵੀ ਜਾਂ ਹੋਰ ਵੀ ਪੋਲੀਟੀਕਲ ਲੀਡਰ ਨੇ, ਉਹਨਾਂ ਦੀ ਵੀ ਫੋਲੋਇੰਗ ਬਹੁਤ ਜ਼ਿਆਦਾ ਹੋ ਜਾਂਦੀ ਆ ਔਨ ਟਵਿੱਟਰ, ਫੇਸਬੁੱਕ, WhatsApp ਤੇ ਹੋਰ ਪਲੇਟਫਾਰਮਾਂ ਤੇ। ਸੋ ਜੋ ਤੁਸੀਂ ਜਿਹੜਾ ਵੀ ਤੁਹਾਡਾ ਮੈਸੇਜ ਆ, it moves very quickly. So ਅੱਗੇ ਇਹ ਹੁੰਦਾ ਸੀਗਾ ਵੀ ਕੋਈ ਨਿਊਜ਼ ਸਾਈਕਲ ਹੁੰਦਾ ਸੀਗਾ ਵੀ ਕੋਈ ਨਿਊਜ਼ ਸ਼ਾਮ ਨੂੰ ਹੋ, ਸੋ ਕੋਈ ਬਹਿ ਕੇ ਦੇਖੋਗੇ ਵੀ ਕੱਲ ਦੀ ਨਿਊਜ਼ ਕੀ ਸੀ। ਪਰ ਹੁਣ ਐਟ ਦ ਸੇਮ ਟਾਈਮ ਰਾਈਟ ਅਵੇ ਨਿਊਜ਼ ਆਈ ਜਾਂਦੀ ਆ ਨਾਲ ਦੀ ਨਾਲ। ਐਂਡ ਦਿਸ ਇਜ਼ ਇਟ ਡਜ਼ ਪਲੇ ਇਫੈਕਟ। ਇਸ ਇਫੈਕਟ ਦੇ ਵਿੱਚ ਪੋਜ਼ਿਟਿਵ ਵੀ ਹੋ ਸਕਦਾ, ਪਰ ਇਸ ਦੇ ਨਾਲ ਨੈਗੇਟਿਵ ਵੀ ਬਹੁਤ ਛੇਤੀ ਹੋ ਸਕਦਾ ਜੀ। ਔਰ ਜਿਸ ਤਰ੍ਹਾਂ ਅਸੀਂ ਜਾਣਦੇ ਹੈਗੇ ਕਿ ਡੋਨਾਲਡ ਟਰੰਪ ਹਮੇਸ਼ਾ ਹੀ ਇਮੀਗ੍ਰੇਸ਼ਨ ਦੇ ਖਿਲਾਫ ਰਹੇ ਨੇ, ਪਰ ਕੈਨੇਡਾ ਨੇ ਇਮੀਗ੍ਰੇਸ਼ਨ ਨੂੰ ਹਮੇਸ਼ਾ ਸਪੋਰਟ ਕੀਤਾ ਹੈ, ਫੇਵਰ ਕੀਤਾ ਹੈ। ਅਸੀਂ ਦੇਖਿਆ ਕਿ ਟਰੰਪ ਸਪੋਰਟਰਸ ਵੱਲੋਂ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਉਸ ਤੋਂ ਬਾਅਦ ਕੈਨੇਡਾ ਦੇ ਜਿਹੜੇ ਸ਼ਹਿਰ ਹੈਗੇ ਨੇ, ਵੈਂਕੂਵਰ, ਐਲਬਰਟਾ, ਟੋਰਾਂਟੋ ਦੇ ਵਿੱਚ ਵੀ ਟਰੰਪ ਸਪੋਰਟਰਸ ਵੱਲੋਂ ਪ੍ਰੋਟੈਸਟ ਕੀਤੇ ਗਏ। ਐਂਡੀ ਅਨੰਦ ਜੀ, ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ ਕੀ ਲੱਗਦਾ ਤੁਹਾਨੂੰ ਕਿੰਨਾ ਟਰੰਪ ਇਫੈਕਟ ਕੈਨੇਡਾ ਵਿੱਚ ਵੇਖਣ ਨੂੰ ਮਿਲੇਗਾ? ਦੇਖੋ ਜੀ, ਇਹਦਾ ਇਫੈਕਟ ਤਾਂ ਜ਼ਰੂਰ ਹੋਏਗਾ, ਕਿਉਂਕਿ ਪਹਿਲੀ ਗੱਲ ਹੈਗੀ ਹੈ ਕਿ ਜਿੱਥੇ ਵੀ ਰੇਸਿਜ਼ਮ ਬਾਈ ਕਿਸੇ ਵੀ ਫਾਰਮ ਵਿੱਚ ਹੋਏ, ਜਿੱਥੇ ਵੀ ਰੇਸਿਜ਼ਮ ਦਾ ਬੀਜ ਪੈ ਜਾਂਦਾ ਨਾ, ਉਹ ਫਿਰ ਕਿਸੇ ਨਾ ਕਿਸੇ ਵਾਸਤੇ ਉਹ ਫਾਡਰ ਬਣ ਜਾਂਦਾ, ਕਿਸੇ ਨਾ ਕਿਸੇ ਵਾਸਤੇ ਉਹ ਇੱਕ ਖਾਸ ਕਿਸਮ ਦੀ ਖੁਰਾਕ ਬਣ ਜਾਂਦੀ ਹੈ, ਜਿਹਨੂੰ ਉਹ ਟਾਈਮ ਤੋਂ ਟਾਈਮ ਇਨਕੈਸ਼ ਕਰਦਾ। ਸਾਡੀ ਮਲਟੀਕਲਚਰਲ ਸੁਸਾਇਟੀ ਹੈ, ਸਾਡਾ ਇੱਕ ਬੜਾ ਅੱਛਾ ਜਿਹੜੀ ਬੜੀ ਅਟਰੈਕਟਿਵ ਡੈਮੋਗ੍ਰਾਫੀ ਹੈ। ਅਸੀਂ ਇੱਕ ਦੂਜੇ ਦੇ ਨਾਲ ਭੇਦਭਾਵ ਰੱਖਦੇ ਹੋਏ ਵੀ ਇਕੱਠੇ ਰਹਿਣ ਵਾਲੇ ਸਿਸਟਮ ਵਿੱਚ ਆਪਣੇ ਨੂੰ ਬੜਾ ਗੌਰਵਾਨਵਿਤ ਫੀਲ ਕਰਨੇ ਆ। ਪ੍ਰਿਵਿਲੇਜ ਹੈਗੀ ਹੈ ਕਿ ਸਾਨੂੰ ਹਰ ਤਰ੍ਹਾਂ ਦੀ ਫਰੀडम ਹੈਗੀ ਹੈ। ਪਰ ਜਦੋਂ ਵੀ ਇਹ ਚੀਜ਼ਾਂ ਕਿਸੇ ਨਾਲ ਵਾਲੇ ਮੁਲਕ ਵਿੱਚ ਹੁੰਦੀਆਂ, ਔਰ ਮੋਰ ਪਾਰਟਿਕੂਲਰਲੀ ਦਿਸ ਇਜ਼ ਸਕਿਨ ਰਿਲੇਟਡ, ਜਿਸ ਵੇਲੇ ਬਰਾਊਨ, ਬਲੈਕ ਔਰ ਵਾਈਟ ਸਕਿਨ ਦੀ ਗੱਲਾਂ ਸ਼ੁਰੂ ਹੋ ਜਾਂਦੀਆਂ ਤੇ ਆਸਤਾ ਉਹ ਤੁਹਾਡੇ ਸਿਸਟਮ ਵਿੱਚ ਨਾ ਆਉਣ, ਇਹਨੂੰ ਰੋਕਣਾ ਬੜਾ ਮੁਸ਼ਕਿਲ ਹੁੰਦਾ। ਮੈਂ ਸਮਝਦਾ ਕਿ ਕੈਨੇਡਾ ਨੂੰ ਕੁਝ ਖਾਸ ਕਦਮ ਚੁੱਕਣੇ ਪੈਣਗੇ, ਮੋਰ ਸੋ ਕਿ ਕਿੱਥੇ ਵੀ ਇਸ ਤਰ੍ਹਾਂ ਦਾ ਕੋਈ ਸੈਂਟੀਮੈਂਟ ਹੁੰਦਾ ਦਾ। ਆਨਰੇਬਲ ਮੈਂਬਰ ਆਫ ਪਾਰਲੀਮੈਂਟ ਸਾਹਮਣੇ ਖੜੇ ਨੇ, ਆਈ ਐਮ ਸ਼ੋਰ ਦਿਸ ਸੈਂਟੀਮੈਂਟ ਵੁੱਡ ਡੈਫੀਨਿਟਲੀ ਬੀ ਕਨਵੇਡ ਕਿ ਜਿੱਥੇ ਵੀ ਉਹ ਜੀ ਚੀਜ਼ਾਂ ਨਜ਼ਰ ਆਉਣ ਜਾਂ ਕਿੱਥੇ ਵੀ ਉਹ ਚੀਜ਼ਾਂ ਜ਼ਹਿਰ ਹੋਣ, ਉਸ ਤੋਂ ਪਹਿਲੇ ਉਹਨੂੰ ਕਹਿੰਦੇ ਨੇ ਕਿ ਨਿਪ ਇਟ ਇਨ ਦਾ ਬਡ। ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨਾ ਬੜਾ ਜ਼ਰੂਰੀ ਹੈ, ਕਿਉਂਕਿ ਅਗਰ ਕੁਝ ਲੀਡਰਸ਼ਿਪ ਇਸ ਤਰ੍ਹਾਂ ਦੇ ਸੈਂਟੀਮੈਂਟਸ ਨਾਲ ਗਰੋ ਹੁੰਦੀ ਹੈ, ਇਟਸ ਅ ਵੈਰੀ ਡੇਂਜਰਸ ਪ੍ਰੈਜ਼ੀਡੈਂਟ। ਤੇ ਮੈਂ ਸਮਝਾਂਗਾ ਔਰ ਮੈਂ ਚਾਹਾਂਗਾ ਕਿ ਮੇਰੇ ਸੁਣਨ ਵਾਲੇ ਵੀ ਇਸ ਗੱਲ ਨੂੰ ਬਰਦਾਸ਼ਤ ਕਰਨ ਕਿ ਸਾਨੂੰ ਅਗਰ ਆਪਣੇ ਹਮਸਾਏ ਤੋਂ, ਆਪਣੇ ਨੇਬਰਸ ਤੋਂ ਕੋਈ
ਚੰਗੀਆਂ ਗੱਲਾਂ ਨਹੀਂ ਸਿੱਖਣੀਆਂ ਤਾਂ ਸਾਨੂੰ ਭੈੜੀਆਂ ਵੀ ਨਹੀਂ ਸਿੱਖਣੀਆਂ। जी एंड रीसेंटली प्रधानमंत्री जस्टिन ट्रूडो वालों भी स्टेटमेंट दी गई सी कि ਜਿਹੜੇ ਸਾਡੇ ਨਵੇਂ ਮਿਲਟਰੀ ਚੀਫ ਹੈਗੇ ਨੇ ਉਹਨਾਂ ਦੀ ਪ੍ਰਾਇੋਰਟੀ ਰਹੇਗੀ ਫਾਈਟਿੰਗ ਰੇਸਿਜ਼ਮ ਐਂਡ ਐਕਸਟ੍ਰੀਮਿਜ਼ਮ। ਟਿਮੋਪਲ ਜੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਤੁਹਾਨੂੰ ਲੱਗਦਾ ਹੈ ਕਿ ਕੈਨੇਡਾ ਦੀ ਪ੍ਰਾਇੋਰਟੀ ਸ਼ੁਰੂ ਤੋਂ ਹੀ ਰੇਸਿਜ਼ਮ ਔਰ ਐਕਸਟ੍ਰੀਮਿਜ਼ਮ ਨੂੰ ਫਾਈਟ ਕਰਨਾ ਹੋਣੀ ਚਾਹੀਦੀ ਸੀ, ਕਿਤੇ ਨਾ ਕਿਤੇ ਕੈਨੇਡਾ ਇਸ ਨੂੰ ਐਡਰੈਸ ਕਰਨ ਦੇ ਵਿੱਚ ਪਿੱਛੇ ਰਿਹਾ ਹੈ? Definitely, absolutely. As a conservative party, Aaron O'Toole ने भी statement कर दी सी कि this is something ਅਸੀਂ ਵੀ ਅੱਗੇ work ਕਰ ਰਹੇ ਸੀਗੇ ਵੀ ਜਿਹੜੇ white supremacy groups ਨੇ ਕੈਨੇਡਾ ਦੇ ਵਿੱਚ ਉਸ ਬੈਨ ਹੋਣੇ ਚਾਹੀਦੇ ਆ। ਸਾਨੂੰ ਤਾਂ ਕਾਫੀ ਟਾਈਮ ਹੋ ਗਿਆ ਲਿਬਰਲ ਗਵਰਨਮੈਂਟ ਨੂੰ ਕਹਿੰਦੇ ਨੇ ਵੀ ਉਸ ਚੀਜ਼ ਨੂੰ ਬੈਨ ਕਰਨੀਆਂ ਚਾਹੀਦੀਆਂ ਨੇ। ਈਵਨ ਆਨਲਾਈਨ ਹੇਟ ਦੇ ਤੇ ਕੋਈ ਪਾਲਿਸੀ ਲਿਆਉਣੀ ਚਾਹੀਦੀ ਆ, ਹਲੇ ਤੱਕ ਨਹੀਂ ਆਈ। ਸੋ ਵੀ ਵਿਲ ਕੰਟੀਨਿਊ ਟੂ ਫਾਈਟ ਟੂ ਮੇਕ ਸ਼ੋਰ ਵੀ ਜਿਹੜੇ ਇਹੋ ਜਿਹੀ ਚੀਜ਼ਾਂ ਹੋ ਰਹੀਆਂ ਵੀ ਉਸ ਤੇ ਕੁਝ ਕੰਟਰੋਲ ਹੋਣਾ ਚਾਹੀਦਾ। ਇਟਸ ਨਾਟ ਈਜ਼ੀ, ਯੂ ਨੋ, ਬੀ ਆਨੈਸਟ ਵਿਦ ਯੂ ਵੀ ਆਪਾਂ ਜਿਹੜੇ ਫਰੀडम ਆਫ ਸਪੀਚ ਤੇ ਫਿਰ ਹੇਟ ਦੀ ਜਿਹੜੀ ਕਿੱਥੇ ਫਾਈਨ ਲਾਈਨ ਹੈ, ਕਿੱਥੇ ਆ ਵੀ ਕਈ ਗੱਲਾਂ ਤੁਸੀਂ ਕਹਿ ਸਕਦੇ ਵੀ ਚਲ ਠੀਕ ਆ ਤੁਹਾਡੇ ਕਹਿਣ ਦਾ ਹੱਕ ਵੀ ਸੀਗਾ, ਯੂ ਆਰ ਅਲਾਉਡ ਟੂ ਸੇ ਥੀਸ ਥਿੰਗਸ, ਬਟ ਦੈਨ ਕੋਈ ਲਾਈਨ ਕ੍ਰਾਸ ਹੋ ਜਾਂਦੀ ਆ ਵੀ ਜਿੱਥੇ ਤੁਸੀਂ ਕਿਸੇ ਨੂੰ ਵਾਇਲੈਂਸ ਪ੍ਰੋਪਗੇਟ ਕਰ ਸਕਦੇ ਆ ਜਾਂ ਤੁਸੀਂ ਕਿਸੇ ਨੂੰ ਐਕਚੁਅਲੀ ਉਹਨਾਂ ਨੂੰ ਥੱਲੇ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਦੈਟ ਲਾਈਨ ਕੈਨ ਨਾਟ ਬੀ ਕ੍ਰਾਸ। ਤੇ ਉਹਦੇ ਵਿੱਚ ਕਾਫੀ ਜਿਹੜੇ ਇੰਟਰਨੈਟ ਕੰਪਨੀਜ਼ ਨੇ ਤੇ ਹੋਰ ਸਾਰੇ ਨਾਲ ਰਲ ਮਿਲ ਕੇ ਗੱਲ ਕਰਨੀ ਪੈਣੀ ਆ। there's been ਹਾਊਸ ਆਫ ਕਾਮਨਸ ਦੇ ਵਿੱਚ ਕਮੇਟੀਜ਼ ਦੇ ਵਿੱਚ ਸਟੱਡੀਜ਼ ਵੀ ਹੋਈਆਂ, ਸੈਨੇਟ ਦੇ ਵਿੱਚ ਵੀ ਹੋਈਆਂ ਨੇ। ਸੋ ਉਸ ਜਿਹੜੇ ਸਟੱਡੀਜ਼ ਦੀ ਜਿਹੜੇ ਕਹਿ ਲਓ ਵੀ ਰਿਪੋਰਟਸ ਆਏ ਨੇ, I would encourage ਵੀ ਗਵਰਨਮੈਂਟ ਉਸ ਰਿਪੋਰਟਸ ਨੂੰ ਫੋਲੋ ਕਰਨ ਐਂਡ ਇਸ ਦੀ ਚੀਜ਼ ਦੇ ਵਿੱਚ ਵੀ ਕੋਈ ਲਾਜ਼ ਲਿਆਉਣੀ ਚਾਹੀਦੀਆਂ ਨੇ। ਜੀ ਆਪਣੀ ਗੱਲਬਾਤ ਦਾ ਸਿਲਸਿਲਾ ਅਸੀਂ ਇਸ ਤਰ੍ਹਾਂ ਜਾਰੀ ਰੱਖਾਂਗੇ, ਪਰ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਦ ਹਾਜ਼ਰ ਹੁੰਦੇ ਹਾਂ। ਹੈਡਲਾਈਨ ਕੈਨੇਡਾ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਸਾਡੀ ਇਹ ਖਾਸ ਗੱਲਬਾਤ ਜਾਰੀ ਰਹੇਗੀ। ਜਲਦ ਹਾਜ਼ਰ ਹੁੰਦੇ ਹਾਂ। ब्रेक तो बाद ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਸਾਡੀ ਗੱਲਬਾਤ ਚੱਲ ਰਹੀ ਹੈ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਟਿਮੋਪਲ ਅਤੇ ਪੋਲੀਟੀਕਲ ਐਕਸਪਰਟ ਐਂਡੀ ਆਨੰਦ ਜੀ ਦੇ ਨਾਲ। ਜਿਸ ਤਰ੍ਹਾਂ ਸਾਡੀ ਇਹ ਗੱਲਬਾਤ ਚੱਲ ਰਹੀ ਹੈਗੀ ਟਰੰਪ ਸਪੋਰਟਰਸ ਵੱਲੋਂ ਜਿਹੜਾ ਹਾਲ ਹੀ ਦੇ ਵਿੱਚ US ਸੰਸਦ ਉੱਤੇ ਹਮਲਾ ਕੀਤਾ ਗਿਆ, ਉਸ ਸੰਬੰਧੀ ਅਸੀਂ ਗੱਲ ਕਰ ਰਹੇ ਹਾਂ। ਰੀਸੈਂਟਲੀ ਅਸੀਂ ਇਹ ਵੀ ਦੇਖਿਆ ਕਿ ਜਿਹੜੇ ਬੈਂਕ ਆਫ ਕੈਨੇਡਾ ਦੇ ਗਵਰਨਰ ਹੈਗੇ ਨੇ ਟਿਫ ਮੈਕਲਮ, ਉਹਨਾਂ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਕੈਨੇਡਾ ਨੂੰ ਪਿਛਲੇ 4 ਸਾਲਾਂ ਦੇ ਵਿੱਚ ਕਾਫੀ ਫਾਇਦਾ ਹੋਇਆ ਹੈ। ਕੈਨੇਡਾ ਇੱਕ ਅਟਰੈਕਟਿਵ ਲੈਂਡਿੰਗ ਸਪੌਟ ਬਣਿਆ ਹੈ ਡੋਨਲਡ ਟਰੰਪ ਦੀ ਜਿਹੜੀ ਪ੍ਰੋਟੈਕਸ਼ਨਿਸਟ ਪਾਲਿਸੀਜ਼ ਹੈਗੀਆਂ ਨੇ ਅਤੇ ਐਟੀਟਿਊਡ ਹੈ ਉਸ ਦੇ ਕਾਰਨ। ਪਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਇਹ ਐਡਵਾਂਟੇਜ ਹੈਗੀ ਹੈ ਉਹ ਡਿਸਅਪੀਅਰ ਹੋ ਸਕਦੀ ਹੈ ਜੇਕਰ ਜੋ ਬਾਈਡਨ ਪ੍ਰੈਜ਼ੀਡੈਂਟ ਬਣਦੇ ਨੇ। ਦੇ ਵੀ ਇਹ ਦੋਨੇ ਪਾਸੇ ਦੇਖੀ ਜਾਓ, ਜੇ ਕੁਛ ਜਿਹੜੀ ਇੰਡਸਟਰੀ ਸੀ ਸਪੈਸ਼ਲੀ ਹੁਣ ਅਸੀਂ ਅਲਬਰਟਾ ਤੋਂ ਅੱਜ ਕਾਫੀ ਜ਼ਿਆਦਾ ਐਨਰਜੀ ਇੰਡਸਟਰੀ ਉਹਨਾਂ ਨੇ ਆਪਣੇ ਆਪਰੇਸ਼ਨਸ ਕੁਛ ਕੈਨੇਡੀਅਨ ਲਾਜ਼ ਕਰਕੇ ਆਪਰੇਸ਼ਨਸ ਮੂਵ ਕਰਤੇ ਐਂਡ ਉਹ ਸਾਊਥ ਚਲੇ ਗਏ ਸੀਗੇ, ਅਮਰੀਕਾ ਚਲੇ ਗਏ ਸੀ, ਟੈਕਸਸ ਸੈਟਅਪ ਕਰ ਲਏ ਸੀਗੇ। ਸੋ ਕੁਛ ਇੰਡਸਟਰੀ ਦੇ ਵਿੱਚ ਜਿੱਥੇ ਹੰਡਰਡਸ ਆਫ ਥਾਊਜ਼ੈਂਡਸ ਆਫ ਜੌਬਸ ਵੀ ਚਲੀ ਗਈਆਂ, ਇਨਵੈਸਟਮੈਂਟ ਵੀ ਚਲੀ ਗਈ, ਬਿਲੀਅਨਸ ਆਫ ਡਾਲਰਸ ਆਫ ਇਨਵੈਸਟਮੈਂਟ ਕੈਨੇਡਾ ਤੋਂ ਚਲੇ ਗਏ। ਠੀਕ ਆ, ਕੁਛ ਇੰਡਸਟਰੀ ਵਾਸਤੇ ਦੇਰ ਹੈਜ਼ ਬੀਨ ਬੈਨੀਫਿਟ ਵੀ ਜਿਹੜੇ ਅੰਡਰ ਟਰੰਪ ਉਸ ਕੋਈ ਡਿਫਰੈਂਟ ਲਾਜ਼ ਕਰਕੇ ਉੱਥੇ ਨਹੀਂ ਸੈਟਅਪ ਕਰਨਾ ਚਾਹੁੰਦੇ ਸੀਗੇ, ਜਾਂ ਕਈ ਵਾਰੀ ਇਹ ਹੁੰਦਾ ਵੀ ਕੈਨੇਡੀਅਨ ਡਾਲਰ ਆਪਣਾ ਥੋੜ੍ਹਾ ਜਿਹਾ ਘੱਟ ਆ, ਸੋ ਮੈਨੂਫੈਕਚਰਿੰਗ ਕੈਨੇਡਾ ਦੇ ਵਿੱਚ ਕਰਨਾ ਸੌਖਾ ਵਾ, ਕਾਸਟ ਲੈਸ, ਉਸ ਦੇ ਵਿੱਚ ਆਪਾਂ ਨੂੰ ਕੁਛ ਫਾਇਦਾ ਵੀ ਹੋਇਆ। ਸੋ ਓਵਰਆਲ ਯੂ ਨੋ ਕੈਨੇਡਾ ਮੂਵਿੰਗ ਅਲੋਂਗ, ਬਟ ਆਈ ਥਿੰਕ ਇਨ ਕੁਛ ਇੰਡਸਟਰੀਜ਼ ਦੇ ਵਿੱਚ ਇਟਸ ਬੀਨ ਅ ਰੀਅਲ ਪ੍ਰੋਬਲਮ, ਸਪੈਸ਼ਲੀ ਜਿੱਥੇ ਬਹੁਤ ਜ਼ਿਆਦਾ ਜੌਬ ਲਾਸਿਸ ਹੋਈਆਂ ਵੈਸਟਰਨ ਕੈਨੇਡਾ ਐਨਰਜੀ ਇੰਡਸਟਰੀ ਦੇ ਵਿੱਚ। ਜੀ ਐਂਡੀ ਆਨੰਦ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗੇ ਹੁਣ ਤੱਕ ਪੋਲਿਟਿਕਸ US ਦੀ ਜਿਹੜੀ ਪਾਲਿਸੀਜ਼ ਹੈਗੀਆਂ ਨੇ ਉਸ ਵਿੱਚ ਐਂਡ ਵਾਟ ਵੀ ਡੂ ਇਨ ਕੈਨੇਡਾ, ਹੁਣ ਤੱਕ ਇਸ ਵਿੱਚ ਕਿਸ ਤਰ੍ਹਾਂ ਦਾ ਕੰਟਰਾਸਟ ਵੇਖਿਆ ਗਿਆ ਹੈ? ਦੇਖੋ, ਪੋਲਿਟਿਕਸ ਜਿਹੜੀ ਹੈ ਉਹ ਇੰਡੀਵਿਜੂਅਲ ਮਾਈਂਡ ਸੈਟ ਦੇ ਉੱਤੇ ਡਿਪੈਂਡ ਕਰਦੀ ਹੈ। ਕੋਈ ਵੀ ਲੀਡਰ ਜਿਹੜਾ ਹੈਗਾ ਕਿਸੇ ਵੀ ਪਾਰਟੀ 'ਚ ਦਾ ਹੋਏ, ਉਹਨੂੰ ਉਹ ਮੇਰੀ ਫੇਵਰੇਬਲ ਪਾਰਟੀ ਹੋਏ ਜਾਂ ਮੇਰੀ ਫੇਵਰੇਬਲ ਨਾ ਹੋਏ, ਉਹ ਦੈਟ ਇਜ਼ ਰਨ ਬਾਈ ਦ ਸੈਟ ਆਫ ਮਿਨਿਸਟਰਸ ਔਰ ਕੈਬਨਿਟ ਹੈਗੀ ਹੈ। ਉਹਨਾਂ ਨੂੰ ਇੱਕ ਸੈਟ ਆਫ ਐਡਵਾਈਜ਼ਰਸ ਹੁੰਦੇ ਜਿਹੜੇ ਉਹਨਾਂ ਨੂੰ ਦੱਸਦੇ ਨੇ। ਜਿਹੜਾ ਬੜਾ ਇੰਪੋਰਟੈਂਟ ਫੈਕਟਰ ਜਿਹੜਾ ਹੈਗਾ ਪ੍ਰੈਜ਼ੈਂਟ ਗਵਰਨਮੈਂਟ ਵਿੱਚ, ਆਮ ਨਾਟ ਕ੍ਰਿਟੀਸਾਈਜ਼ਿੰਗ ਬਟ ਐਟ ਦ ਸੇਮ ਟਾਈਮ ਲੈਟ ਮੀ ਪੁੱਟ ਮਾਈ ਵਰਡਸ, ਕਿ ਮੇਰੇ ਖਿਆਲ ਕੁਛ ਘਾਟ ਹੈਗੀ ਹੈ ਇਸ ਵਕਤ ਅੱਛੇ ਐਡਵਾਈਜ਼ਰਸ ਦੀ। ਦੋ ਫਰੰਟ ਤੇ ਬੜਾ ਜ਼ਰੂਰੀ ਹੈਗਾ ਟਰੂਡੋ ਸਰਕਾਰ ਨੂੰ ਆਪਣੇ ਆਪ ਨੂੰ ਅੱਛੇ ਮੋਟਿਵ ਦੇ ਨਾਲ ਅੱਗੇ ਲਿਆਉਣ ਵਾਸਤੇ। ਇੱਕ ਤੇ ਇੰਡਸਟਰੀ ਹੈ, ਇੰਡਸਟਰੀ ਇੱਕ ਬੜੀ ਵੱਡੀ ਚੀਜ਼ ਹੈ ਜਿਹਨੂੰ ਤੁਸੀਂ ਜਦੋਂ ਇਨਫਰਾਸਟਰਕਚਰ ਕ੍ਰੀਏਟ ਕਰਦੇ ਹੋ ਤਾਂ ਤੁਸੀਂ ਇੱਕ ਵਿਜ਼ਨ ਰੱਖਦੇ ਹੋ ਕਿ 5 ਸਾਲ ਬਾਅਦ 6 ਸਾਲ ਬਾਅਦ
8 ਸਾਲ ਬਾਅਦ ਇਸ ਤਰ੍ਹਾਂ ਦੀ ਇੰਡਸਟਰੀ ਡਿਵੈਲਪ ਹੋਏਗੀ, ਇਸ ਤਰ੍ਹਾਂ ਦੇ ਟਾਊਨਸ਼ਿਪਸ ਡਿਵੈਲਪ ਹੋਣਗੇ, ਇਸ ਤਰ੍ਹਾਂ ਦੀ ਇੰਪਲੋਇਮੈਂਟ ਓਪਰਚੁਨਿਟੀ ਡਿਵੈਲਪਸ ਹੋਣਗੀਆਂ। ਉਹ ਬਿਲਕੁਲ ਬਿਲਕੁਲ ਦਿਸ ਗਵਰਨਮੈਂਟ ਇਜ਼ ਲੈਕਿੰਗ ਇਨ दैट ਐਪਟੀਟਿਊਡ। ਮੈਂ ਕਹਾਂਗਾ ਇਹਨਾਂ ਨੂੰ ਭੁੱਖ ਹੀ ਨਹੀਂ ਹੈਗੀ ਉਸ ਤਰ੍ਹਾਂ ਦੀ। ਇਹ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਹੈ ਇਹ ਡੇ ਟੂ ਡੇ ਬੇਸਿਸ ਦੇ ਉੱਤੇ ਸਰਵਾइव कर रही है। अगर मैं बहुत ज़्यादा एम्बिशियस नहीं हैगा तो पर मैं फिर कहां अगर यह पेंडेमिक ना होंदा तो सरकार कदों दी चली गई होंदी, पहली गल। दूजी गल सब कोल वड्डी है कि इस गवर्नमेंट नूं अपने ਜਿਹੜੇ ਲਾਰਜ ਬੈਨੀਫੀਸ਼ੀਅਰੀਜ਼ ਹਨ ਜਾਂ ਜਿਹੜੇ ਲਾਰਜ ਇਹਨਾਂ ਨੂੰ ਸਪੋਰਟ ਕਰਨ ਵਾਲੀ ਕੰਟਰੀਜ਼ ਹਨ ਵਿਚ ਇਨਕਲੂਡਸ US, ਇੰਡੀਆ, ਬੀਟ ਯੂਰੋਪੀਅਨ ਜਰਮਨੀ ਔਰ ਚਾਈਨਾ ਫॉर दैट मैटर, ਇਹ ਸਾਰੀਆਂ ਕੰਟਰੀਜ਼ ਜਿਹੜੀਆਂ ਹੈਗੀਆਂ ਇਹਨਾਂ ਨੂੰ ਇੱਕ ਡਿਪਲੋਮੈਟਿਕ ਸਟਰਕਚਰ ਹੁੰਦਾ, ਇੱਕ ਡਿਪਲੋਮੈਟਿਕ ਅੰਡਰਸਟੈਂਡਿੰਗ ਹੁੰਦੀ ਹੈ ਕਿ ਤੁਸੀਂ ਇੱਕ ਭੈੜੇ ਬੰਦੇ ਨੂੰ ਭੈੜਾ ਕਹਿਣਾ ਪਰ ਉਹਨੂੰ ਸ਼ਬਦਾਂ 'ਚ ਕਿੰਨਾ ਕਹਿਣਾ, ਇਹ ਤੁਹਾਡੀ ਇੱਕ ਐਬਿਲਿਟੀ ਹੁੰਦੀ ਹੈ ਵਿਚ ਇਜ਼ ਲੈਕਿੰਗ। ਫਿਰ ਦੂਜੀ ਗੱਲ ਹੈ ਕਿ ਬਹੁਤ ਸਾਰੇ ਮਿਨਿਸਟਰ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਬਹੁਤ ਸਾਰੇ ਮਿਨਿਸਟਰਸ ਨੂੰ ਉਹਨਾਂ ਦਾ ਕੋਈ ਬੈਕਗਰਾਉਂਡ ਨਹੀਂ। ਤੁਸੀਂ ਇੱਕ ਪੋਲੀਟੀਕਲ ਬੈਕਗਰਾਉਂਡ, ਇੱਕ ਪੋਲੀਟੀਕਲ ਲੀਨੀਏਜ, ਉਹਨਾਂ ਦੀ ਐਜੂਕੇਸ਼ਨ, ਉਹਨਾਂ ਦਾ ਜਿਹੜਾ ਸਕਿੱਲ ਸੈੱਟ ਹੈ ਉਹ ਲੈ ਕੇ ਤੁਸੀਂ ਕਿਸੇ ਇਨਸਾਨ ਨੂੰ ਮਿਨਿਸਟਰ ਬਣਾਉਂਦੇ ਹੋ, ਚਾਹੇ ਉਹ ਇੱਕ ਮਹਿਕਮੇ ਦਾ ਹੋ ਜਾਂ ਦੂਜੇ ਮਹਿਕਮੇ ਦਾ। ਮੈਂ ਸਮਝਦਾ ਕਿ दैट इज अनदर बिग। ਮੈਨੂੰ ਲੱਗਦਾ ਕਿ ਅਗਰ ਕਲਚਰ ਵਾਲਾ ਮਿਨਿਸਟਰ, ਮੈਂ ਐਗਜ਼ਾਮਪਲ ਦੇ ਰਿਹਾ, ਨਾਟ ਵੈਰੀ ਪਰਟੀਕੁਲਰ, ਕਲਚਰਲ ਡਿਪਾਰਟਮੈਂਟ ਵਾਲਾ ਮਿਨਿਸਟਰ ਅਗਰ ਇੰਡਸਟਰੀ 'ਚ ਜ਼ਿਆਦਾ ਕੰਪੀਟੈਂਟ ਹੈ ਪਰ ਉਹਨੂੰ ਉਹਦਾ ਦੂਜਾ ਦਿੱਤਾ ਗਿਆ। ਇੱਕ selection of your lieutenants is also very important in formation of a government। ਤੁਸੀਂ ਹਮੇਸ਼ਾ ਸਾਨੂੰ MBA ਕਲਾਸ ਵਿੱਚ ਜਦੋਂ ਕਿਹਾ ਜਾਂਦਾ, ਸਾਨੂੰ ਕੀ ਸਮਝਾਇਆ ਜਾਂਦਾ ਸੀ ਕਿ ਰਿਸੋਰਸ ਆਪਟੀਮਾਈਜ਼ੇਸ਼ਨ ਕਿੱਦਾਂ ਕਰਨਾ, ਤੁਹਾਡੇ ਜਿਹੜੇ ਰਿਸੋਰਸਿਸ ਹਨ ਉਹਨਾਂ ਨੂੰ ਆਪਟੀਮਮਲੀ ਕਿੱਦਾਂ ਯੂਜ਼ ਕਰਨਾ। ਐਂਡ ਅਨਲੈਸ ਅੰਟਿਲ ਯੂ ਡੂ दैट, no matter what, ਜਿੰਨਾ ਤੁਹਾਡਾ ਮਰਜ਼ੀ ਚੰਗਾ ਲੀਡਰ ਹੋਏ ਤੇ ਅਗਰ ਤੁਹਾਡੇ ਕੈਬਨਿਟ ਡਿਲੀਵਰ ਨਹੀਂ ਕਰਦੀ, ਤੁਹਾਡੀ ਪਾਲਿਸੀਜ਼ ਡਿਲੀਵਰ ਨਹੀਂ ਕਰਦੀਆਂ, ਯੂ ਆਰ ਨਾਟ ਅ ਸਕਸੈਸਫੁਲ ਮੈਨ। ਔਰ ਅਗਰ ਤੁਹਾਡਾ ਜਿੰਨਾ ਮਰਜ਼ੀ ਭੈੜਾ ਲੀਡਰ ਹੋਏ, ਅਗਰ ਉਹਦੀ ਕੈਬਨਿਟ ਚੰਗੀ ਹੈ ਤੇ ਉਹਨੂੰ ਆਸਤਾ ਸਮਝਾ ਲੈਣਾ ਕਿ ਕਿਹੜੀਆਂ ਚੀਜ਼ਾਂ ਆਪਣੇ ਮੁਲਕ ਵਾਸਤੇ, ਆਵਾਮ ਵਾਸਤੇ ਕਿਹੜੀਆਂ ਚੀਜ਼ਾਂ ਜ਼ਰੂਰੀ ਹਨ। ਮੇਰੇ ਖਿਆਲ ਹੈ ਜਿਹੜਾ ਥਿੰਕ ਟੈਂਕ ਹੈ ਇਹ ਥੋੜਾ ਜਿਹਾ ਇਮੈਚੁਰ ਹੈ। ਮੈਂ ਕਹਾਂਗਾ ਨਵੇਂ ਲੋਕ ਹੈਗੇ, ਨਵੇਂ ਲੋਕਾਂ ਨੂੰ ਵੱਡੇ ਅਹੁਦੇ, ਉੱਚੇ ਅਹੁਦੇ ਦੇਣਾ ਬਗੈਰ ਇਹ ਇਸਤੇਮਾਲ ਕੀਤੇ ਕਿ ਉਹਨਾਂ ਨੂੰ ਮੈਚੁਰ ਹੋਣ ਵਾਸਤੇ ਥੋੜਾ ਟਾਈਮ ਦਿੱਤਾ ਜਾਏ। ਤੁਸੀਂ ਜਦੋਂ ਮਿਨਿਸਟਰ, ਮੈਂ ਬਾਕੀ ਗਵਰਨਮੈਂਟਸ ਨੂੰ ਵੀ ਅਗਰ ਦੁਨੀਆ 'ਚ ਦੇਖਾਂ ਤੇ ਚੌਥੀ ਪੰਜਵੀਂ ਵਾਰੀ ਉਹ ਜਦੋਂ ਪਾਰਲੀਮੈਂਟ 'ਚ ਚੁਣ ਕੇ ਆਉਂਦੇ ਨੇ ਤਾਂ ਉਹਨਾਂ ਨੂੰ ਕੋਈ ਇੱਕ ਮਿਨਿਸਟਰ ਦਾ ਅਹੁਦਾ ਮਿਲਦਾ। ਇੱਥੇ ਤੁਸੀਂ 5, 8, 20,000, 30,000 ਦੀ ਕੌਂਸਟੀਟਿਊਂਸੀ ਨਿਕਲ ਕੇ ਆਉਂਦੇ ਹੋ, ਤੁਹਾਡਾ ਵੋਟ ਮਾਰਜਨ 200-300 ਵੋਟਾਂ ਦਾ ਤੇ ਤੁਹਾਨੂੰ ਪਹਿਲੀ ਵਾਰੀ ਮਿਨਿਸਟਰ ਬਣਾ ਦਿੱਤਾ ਜਾਂਦਾ। ਦਿਸ ਇਜ਼ ਸਮਥਿੰਗ ਵਿਚ ਦਿਸ ਕੰਟਰੀ ਨੀਡਸ ਟੂ ਅੰਡਰਸਟੈਂਡ। ਇੱਥੇ ਕੋਈ ਸਮਝਦਾਰ ਲੋਕਾਂ ਦੀ ਕਮੀ ਨਹੀਂ ਹੈਗੀ, ਇੱਥੇ ਸਿਰਫ ਤੁਹਾਨੂੰ ਉਹ ਸਮਝਦਾਰ ਲੋਕਾਂ ਨੂੰ ਯੂਜ਼ ਨਾ ਕਰਨ ਦੀ ਜਿਹੜੀ ਤੁਹਾਡੀ ਕੰਪਲਸ਼ਨ ਹੈ ਨਾ, ਉਹ ਤੁਹਾਨੂੰ ਇੱਕ ਸਟੈਪ ਪਿੱਛੇ ਲੈ ਜਾਏਗੀ। ਪਾਲਿਸੀਜ਼ ਤੇ ਅਗਰ ਤੁਸੀਂ ਨਕਲ ਵੀ ਕਰਨਾ ਚਾਹੋ ਨਾ ਜੀ, ਇੱਕ ਭੈੜਾ ਸਟੂਡੈਂਟ ਅਗਰ ਨਕਲ ਵੀ ਕਰਨਾ ਚਾਹੇ ਆਪਣੇ ਨਾਲ ਵਾਲੇ ਸਟੂਡੈਂਟ ਦੀ ਤੇ ਉਹ ਵੀ ਪਾਸ ਹੋ ਜਾਂਦਾ। ਤੁਸੀਂ ਨਕਲ ਵੀ ਨਹੀਂ ਕਰਨਾ ਚਾਹੁੰਦੇ, ਤੁਸੀਂ ਬੜੇ ਐਰੋਗੈਂਟ ਹੋ, ਤੁਹਾਡੀ ਪਾਲਿਸੀਜ਼ ਕ੍ਰਿਸਟਲ ਕਲੀਅਰ ਨਹੀਂ, ਉਹਦੇ 'ਚ ਇੱਕ ਓਪਰਚੁਨਿਟੀ ਨਹੀਂ ਸਮਝਣ ਵਾਲੇ ਨੂੰ। ਤੇ ਮੈਂ ਸਮਝਦਾ ਕਿ ਇਹ ਸਭ ਚੀਜ਼ਾਂ ਹੁਣ ਇਹ ਜਿਹੜਾ ਨਵਾਂ ਰੇਸਿਜ਼ਮ ਦੀ ਕਨਸੈਪਟ ਲੈ ਕੇ ਸਾਡਾ ਗਵਾਂਢੀ ਮੁਲਕ ਇਹਨੇ ਇੱਕ ਨਵੀਂ ਕਵਾਇਦ ਸ਼ੁਰੂ ਕੀਤੀ ਹੈ, ਇਹਨੂੰ ਕਰਨਾ ਵੀ ਬੜਾ ਜ਼ਰੂਰੀ ਹੈ। ਹੁਣ ਇਹ ਦੇਖਣਾ ਬੜਾ ਜ਼ਰੂਰੀ ਹੈ ਕਿ ਸਰਕਾਰ ਕਿੰਨੀ ਮੈਚੁਰ ਹੈ, ਉਹ ਕਿੰਨੀ ਜਲਦੀ ਇਹ ਸਮਝਦੀ ਹੈ ਕਿ ਇਹ ਚੀਜ਼ਾਂ ਹੁਣ ਨਹੀਂ, 5 ਸਾਲ, 8 ਸਾਲ, 10 ਸਾਲ ਬਾਅਦ ਅਗਰ ਕੀਪਿੰਗ ਫਿੰਗਰਸ ਕ੍ਰਾਸ ਅਗਰ ਕੈਨੇਡਾ 'ਚ ਆ ਗਈਆਂ ਤੇ ਕੈਨੇਡਾ ਨੂੰ ਸੰਭਾਲਣਾ ਬੜਾ ਔਖਾ ਹੋਣਾ, ਕਿਉਂਕਿ ਕੈਨੇਡਾ ਵਿੱਚ ਤੁਹਾਡੇ ਕੋਲ ਇੰਨੇ ਲੋਕ ਨਹੀਂ। ਅੱਜ ਦੀ ਤਰੀਕ 'ਚ ਤੁਸੀਂ ਦੇਖ ਹੀ ਰਹੇ ਹੋ ਕਿ ਕੋਈ ਵੀ ਪੈਂਡੈਮਿਕ ਹੈ, ਕੋਈ ਕ੍ਰਾਈਮ ਹੈ, ਕੁਛ ਸਾਡੇ ਕੋਲ ਪੁਲਿਸ ਹੀ ਨਹੀਂ, ਉਹਦੀ ਪ੍ਰਾਇੋਰਟੀ ਨਹੀਂ। ਉਹਨੂੰ ਫੋਨ ਕਰੋ ਤਾਂ ਕਹਿੰਦਾ ਅੱਛਾ ਚੋਰੀ ਹੋ ਗਈ ਹੈ ਤੇ ਅੱਛਾ ਕੱਲ ਪਰਸੋਂ ਆ ਜਾਵਾਂਗੇ ਜੀ। ਉਹਨਾਂ ਕੋਲ ਲੋਕ ਨਹੀਂ, ਉਹਨਾਂ ਦਾ ਸਭ ਕੋਲ ਜਿੱਥੇ ਮਰਡਰ ਹੋ ਜਾਏ ਉੱਥੇ ਵੀ ਘੰਟੇ ਬਾਅਦ ਪਹੁੰਚਦੇ ਜੀ। ਉੱਥੇ ਜਿੱਥੇ ਨਾਨ ਪ੍ਰਾਇੋਰਟੀ ਵਾਲੇ ਕ੍ਰਾਈਮ ਹੈਗੇ ਉੱਥੇ ਤੇ ਇਹਨਾਂ ਦਾ ਬਹੁਤ ਵੱਡਾ ਰੋਲ ਹੈਗਾ। ਸਾਡੇ ਕੋਲ ਲੋਕ ਘੱਟ ਹੈਗੇ, ਪ੍ਰਾਇੋਰਟਾਈਜ਼ ਨਹੀਂ ਕਰਨਾ। ਸਾਡੇ ਗਵਰਨਮੈਂਟ ਆਫਿਸਿਸ, ਮੈਂ
ਸਰਵਿਸ ontario ਔਰ ਕਈ ਆਫਿਸ 'ਚ ਕਈ ਵਾਰੀ ਜਾਣ ਦਾ ਮੌਕਾ ਮਿਲਦਾ ਜੀ 10,000 ਸਕੁਅਰ ਫੁੱਟ ਦੇ ਹਾਲ ਹੈਗੇ ਤੇ 2 ਲੋਕ ਪਿੱਛੇ ਕਾਊਂਟਰ ਦੇ ਪਿੱਛੇ ਕੰਮ ਕਰ ਰਹੇ ਨੇ ਜੀ ਇਮੈਜਿਨ ਇਸੀ ਤੁਹਾਡੀ ਕੋਈ ਪ੍ਰਾਇੋਰਟੀਜ਼ ਨਹੀਂ ਤੁਹਾਡੇ ਕੋਲ ਕੋਈ ਪਲਾਨ ਨਹੀਂ ਤੁਹਾਡੇ ਕੋਲ ਕੋਈ ਇਹੋ ਜਿਹੀ ਚੀਜ਼ ਨਹੀਂ ਜਿਹਦੇ ਵਿੱਚ ਕੋਈ ਵਿਜ਼ਨ ਹੋਏ ਜਿਹੜਾ ਤੁਸੀਂ ਦੇਖ ਸਕੋ ਮੈਂ ਆਪਣੀ ਆਈ ਲਵ ਮਾਈ ਕੰਟਰੀ ਕੈਨੇਡਾ ਮੈਂ ਇਹਨੂੰ ਬਹੁਤ ਪਿਆਰ ਕਰਨਾ ਪਰ ਮੇਰਾ ਹੱਕ ਹੈ ਕਿ ਅਗਰ ਕੋਈ ਗਲਤ ਚੀਜ਼ ਹੋ ਰਹੀ ਹੈ ਤੇ ਮੈਂ ਉਹਨੂੰ ਆਪਣੇ ਤਰੀਕੇ ਨਾਲ ਜ਼ਾਹਰ ਕਰਾਂ ਨਾ ਕਿ ਕੈਪੀਟਲ ਹਿੱਲ ਤੇ ਚਲਾ ਜਾਵਾਂ ਉਹ ਆਪਣੀਆਂ ਕੰਧਾਂ ਝੜ ਕੇ ਜੀ ਨਾਲ ਹੀ ਅਸੀਂ ਦੇਖਿਆ ਕਿ ਜਦੋਂ ਟਰੰਪ ਸਪੋਰਟਰਸ ਵੱਲੋਂ ਕੈਪੀਟਲ ਦੇ ਉੱਤੇ ਜਦੋਂ ਹਮਲਾ ਕੀਤਾ ਗਿਆ ਉਸ ਵੇਲੇ ਜਿਹੜੇ ਕੈਨੇਡੀਅਨ ਗਰੁੱਪ ਹੈਗਾ ਪ੍ਰਾਊਡ ਬॉयਜ਼ ਉਹਦੇ ਮੈਂਬਰਸ ਵੀ ਇਸ ਵਿੱਚ ਸ਼ਾਮਿਲ ਸੀਗੇ ਜਿਸ ਦੇ ਵਿਰੋਧ ਦੇ ਵਿੱਚ ਜਿਹੜੇ ਫੈਡਰਲ ਐਨਡੀਪੀ ਲੀਡਰ ਹੈਗੇ ਨੇ ਜਗਮੀਤ ਸਿੰਘ ਉਹਨਾਂ ਵੱਲੋਂ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਜਿਹੜੀ ਲਿਬਰਲ ਸਰਕਾਰ ਹੈਗੀ ਹੈ ਉਹ ਇਸ ਗਰੁੱਪ ਨੂੰ ਟੈਰਰਿਸਟ ਗਰੁੱਪ ਡਿਕਲੇਅਰ ਕਰੇ ਅਤੇ ਇਸ ਉੱਤੇ ਪਾਬੰਦੀਆਂ ਲਗਾਈਆਂ ਜਾਣ ਟਿਮੋਪਲ ਜੀ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕੀ ਲੱਗਦਾ ਤੁਹਾਨੂੰ ਕਿ ਜਿਹੜੀ ਸਾਡੀ ਨੈਸ਼ਨਲ ਸਿਕਿਉਰਿਟੀ ਹੈਗੀ ਹੈ ਔਰ ਜਿਹੜੀ ਲਾਅ ਇਨਫੋਰਸਮੈਂਟ ਏਜੰਸੀਜ਼ ਹੈਗੀਆਂ ਨੇ ਉਹ ਕਿੰਨੀ ਐਕਟਿਵਲੀ ਇਸ ਵੇਲੇ ਇਸ ਗਰੁੱਪ ਨੂੰ ਮੋਨੀਟਰ ਕਰ ਰਹੀਆਂ ਨੇ ਔਰ ਜੇਕਰ ਇਸ ਵੇਲੇ ਕੰਜ਼ਰਵੇਟਿਵ ਸਰਕਾਰ ਹੁੰਦੀ ਤੇ ਕੀ ਉਹ ਇਸ ਗਰੁੱਪ ਨੂੰ ਰਾਈਟ ਅਵੇ ਟੈਰਰਿਸਟ ਡਿਕਲੇਅਰ ਕਰਦੀ ਜਾਂ ਫਿਰ ਨਹੀਂ ਦੇਖੋ ਜੀ ਜਿਹੜੇ ਕੋਈ ਆਰਗੇਨਾਈਜੇਸ਼ਨ ਨੂੰ ਟੈਰਰਿਸਟ ਗਰੁੱਪ ਕਲਾਸੀਫਾਈ ਕਰਨਾ ਉਹਦੇ ਵਿੱਚ ਸਿਕਿਉਰਿਟੀ ਫੋਰਸਸ ਦੇ ਉਹਨਾਂ ਦੇ ਰੂਲਸ ਹੁੰਦੇ ਫੋਲੋ ਕਰਨ ਲਈ ਤੇ ਉਹ ਜ਼ਰੂਰ ਉਹਨਾਂ ਨੂੰ ਦੇਖਣੇ ਚਾਹੀਦੇ ਆ ਵੀ ਜਿਹੜੇ ਪ੍ਰਾਊਡ ਬॉयਜ਼ ਨੇ ਵੀ ਉਹ ਉਸ ਰੂਲ ਦੇ ਵਿੱਚ ਫੋਲ ਹੁੰਦੇ ਆ ਕਿ ਨਹੀਂ ਆਈ ਵੁੱਡ ਸੇ ਵੀ ਇਸ ਚੀਜ਼ ਨੂੰ ਬਹੁਤ ਧਿਆਨ ਨਾਲ ਦੇਖਣਾ ਚਾਹੀਦਾ ਬਿਕਾਜ਼ ਉਹ ਜਿਹੜੇ ਆਰਗੇਨਾਈਜੇਸ਼ਨਸ ਨੇ ਆਪਾਂ ਨੂੰ ਐਜ਼ ਕੈਨੇਡੀਅਨਸ ਨੁਕਸਾਨ ਕਰ ਸਕਦੇ ਆ ਇਟ ਇਜ਼ ਅ ਟਾਈਮ ਸਪੈਸ਼ਲੀ ਇਹੋ ਜਿਹੇ ਟਾਈਮ ਦੇ ਵਿੱਚ ਜਦੋਂ ਸਾਊਥ ਆਫ ਦਾ ਬਾਰਡਰ ਕਾਫੀ ਪ੍ਰੋਬਲਮ ਪੈ ਰਹੀ ਆ ਤੇ ਆਪਾਂ ਨਹੀਂ ਚਾਹੁੰਦੇ ਵੀ ਇਹੋ ਜਿਹੀ ਪ੍ਰੋਬਲਮ ਇੱਥੇ ਕੈਨੇਡਾ ਦੇ ਵਿੱਚ ਵੀ ਆਵੇ ਸੋ ਉਹ ਦੇਖਣੀ ਚਾਹੀਦੀ ਆ ਆਲ ਐਕਸਟ੍ਰੀਮਿਸਟ ਗਰੁੱਪਸ ਇਹਨਾਂ ਨੂੰ ਧਿਆਨ ਰੱਖਣਾ ਚਾਹੀਦਾ and so I would say that any political interference nahi honi chahidi par security forces apne agencies nu both they really need to properly review karne lod a that if they are qualified as terrorist organization ਉਹਨੂੰ ਕਰਨਾ ਚਾਹੀਦਾ ਜੀ ਔਰ ਆਖਰੀ ਸਵਾਲ ਟਿਮੋਪਲ ਜੀ ਤੁਹਾਡੇ ਤੋਂ ਇਹ ਹੈਗਾ ਕਿ ਤੁਹਾਨੂੰ ਲੱਗਦਾ ਹੈ ਕਿ ਜੋ ਬਾਈਡਨ ਸਿਰਫ 4 ਸਾਲ ਦੇ ਪੌਜ਼ ਲਈ ਆਏ ਨੇ a new form of Trumpism might return to the power in next 4 years ਦੇਖੋ ਜੀ ਉਹ ਤਾਂ ਸਿਰਫ ਅਮਰੀਕਨ ਪਬਲਿਕ ਦੱਸ ਸਕਦੇ ਆ ਜਿਹੜੇ ਹਿਸਾਬ ਨਾਲ ਹੁਣ ਲੱਗਦਾ ਵੀ ਉਹਨਾਂ ਨੇ ਇੰਪੀਚਮੈਂਟ ਹੋ ਗਈ ਟਰੰਪ ਦਾ ਆਪ ਤਾਂ ਨਹੀਂ ਦੁਬਾਰੇ ਖੜ ਸਕਦੇ ਬਟ ਆਈ ਡੋਨਟ ਨੋ ਵਾਟ ਹੈਪਨਸ ਹੋਪਫੁਲੀ ਉੱਥੇ ਵੀ ਪੋਲਿਟਿਕਸ ਇਹੋ ਜਿਹੀ ਹੋ ਜਾਵੇ ਵੀ ਦੈਟ ਯੂ ਕੈਨ ਹੈਵ ਡਿਸਕਸ਼ਨਸ ਡਿਬੇਟਸ ਹੋਣੀਆਂ ਚਾਹੀਦੀਆਂ ਦੈਟਸ ਪਾਰਟ ਆਫ ਅ ਸਟਰੋਂਗ ਡੈਮੋਕ੍ਰੇਸੀ ਪਰ ਜਿਹੜੀ ਕਰੋ ਵੀ ਫਾਲਤੂ ਗੱਲਾਂ ਨੇ ਐਕਸਟ੍ਰੀਮਿਸਟ ਦੀਆਂ ਗੱਲਾਂ ਨੇ ਕਿਸੇ ਦੀ ਹੇਟ ਕਰਨਾ ਕਿਸੇ ਨੂੰ ਅਟੈਕ ਕਰਨਾ ਉਹ ਨਾ ਹੋਵੇ and I'm very pleased that Canada ਦੇ ਵਿੱਚ we have our differences political parties the ਫਰਕ ਵੀ ਆ ਪਰ ਇੱਕ ਦੂਜੇ ਨੂੰ ਰਿਸਪੈਕਟ ਵੀ ਕਰਦੇ ਆ ਸੋ ਇਸ ਹਿਸਾਬ ਦੇ ਨਾਲ ਹੋਣੇ ਚਾਹੀਦੇ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਦੋਹਾਂ ਦਾ ਸਾਡੇ ਨਾਲ ਜੁੜਨ ਦੇ ਲਈ ਅਤੇ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਲਈ ਥੈਂਕ ਯੂ ਸੋ ਮਚ ਐਂਡ ਪਲੀਜ਼ ਸਟੇ ਸੇਫ ਥੈਂਕ ਯੂ ਵੈਰੀ ਮਚ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਸੋ ਹੈਡਲਾਈਨ ਕੈਨੇਡਾ ਵਿੱਚ ਐਸੀ ਸਾਡੀ ਅੱਜ ਦੀ ਖਾਸ ਗੱਲਬਾਤ ਜੇ ਤੁਹਾਡਾ ਕੋਈ ਸਵਾਲ ਹੈ ਜਾਂ ਫਿਰ ਆਪਣਾ ਕੋਈ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਲਿਖ ਕੇ ਭੇਜੋ feedback@pdcnetwork.com ਤੇ ਮਿਲਾਂਗੇ ਅਗਲੇ ਹਫਤੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਅਤੇ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਲਈ ਤੁਸੀਂ ਵੇਖਦੇ ਰਹੋ PDC ਨਿਊਜ਼